ਬੇਨਤੀ 'ਚ ਬਹੁਤ ਬਲ ਹੁੰਦਾ ਹੈ। ਇਸ ਤਰ੍ਹਾਂ ਹੁਣੀ ਜਿੱਦਾਂ ਉਹਨੇ ਸ਼ਬਦ ਬੋਲਿਆ, ਤੁਮ ਮੇਰੀ ਰਾਖੋ ਰਾਜ ਹਰੀ, ਤੁਮ ਜਾਨਤ ਸਭ ਅੰਤਰਜਾਮੀ, ਕਰਨੀ ਕਛੁ ਨਾ ਕਰੀ। ਕਰਨੀ ਇੱਥੇ ਸਤਿਗੁਰੂ ਕਰਵਾਉਣ ਨੂੰ, ਬਲ ਬਖਸ਼ਣ ਫੇਰ ਹੀ ਹੋ ਸਕਦੀ ਹੈ। ਬਾਕੀ ਫਿਰ ਵੀ ਸਤਿਗੁਰਾਂ ਦੇ ਬਚਨਾਂ 'ਤੇ ਚੱਲਣਾ, ਉਹਨਾਂ ਦਾ ਡਰ ਭੈ ਰੱਖਣਾ, ਉਹ ਹਰ ਸਿੱਖ ਦਾ ਹੀ ਧਰਮ ਹੈ। ਬਾਕੀ ਟਾਈਮ 'ਤੇ ਉਹ ਆਪ ਹੀ ਬਖਸ਼ਣ ਵਾਸਤੇ ਕੋਈ ਨਾ ਕੋਈ ਸਾਨੂੰ ਰਸਤਾ ਦੱਸਦੇ ਰਹਿੰਦੇ ਨੇ। ਮੌਤ 'ਚ ਜਦੋਂ ਵੀ ਕੋਈ ਵਚਨ ਕਰ ਦਿੰਦੇ ਨੇ, ਉਹਨੂੰ ਕੋਈ ਵੀ ਤਾਕਤ ਜਿਹੜੀ ਹੈ ਟਾਲ ਨਹੀਂ ਸਕਦੀ। ਕਿਤੇ ਉਹਨਾਂ ਨੇ ਫਰਮਾਉਣਾ ਕਿ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ, ਕਦੀ ਮੌਜ ਨਾ ਫਰਮਾਉਣਾ ਕਿ ਮੇਰੀ ਬੇਨਤੀ ਕਰ ਦੇਵੇ, ਆਪਣਾ ਆਪ ਛੱਡ ਦੇਵੇ, ਤਾਂ ਵੀ ਇਹਦੀ ਜਿੰਨੇ ਸਾਰੇ ਕੰਮ ਜਿਹੜੇ ਹੋ ਸਕਦੇ ਨੇ। ਕਈ ਵਾਰੀ ਫਰਮਾਉਣਾ ਕਿ ਇਹ ਬਸ ਸਤਿਗੁਰਾਂ 'ਤੇ ਮਾਣ ਹੀ ਕਰ ਲਵੇ, ਜਿੰਨਾ ਮਾਣ ਕਰੇਗਾ ਓਨਾ ਹੀ ਗੁਰਮੁਖ ਭਰਨਗੇ। ਪਰ ਫਿਰ ਵੀ ਹਰ ਸਿੱਖ ਦਾ ਹੀ ਧਰਮ ਆ ਕਿ ਸਤਿਗੁਰਾਂ ਦਾ ਡਰ ਭੈ ਰੱਖਣਾ, ਉਹਨਾਂ ਦਾ ਭਾਵ ਭਰੋਸਾ ਵਿਸ਼ਵਾਸ ਰੱਖ ਕੇ ਉਹਨਾਂ ਦੇ ਬਚਨ ਨੂੰ ਮੰਨਣਾ। ਕਿ ਜਦੋਂ ਤੱਕ ਸਾਡਾ ਸਤਿਗੁਰਾਂ ਨਾਲ ਨਾਤਾ ਨਹੀਂ ਬਣਦਾ, ਉਦੋਂ ਤੱਕ ਸਾਡੀ ਗੱਲ ਅੱਗੇ ਨਹੀਂ ਚੱਲਦੀ। ਜਿਸ ਤਰ੍ਹਾਂ ਅੱਜ ਹੀ ਗੁਰਮੁਖੀ ਦੇ ਸਤਸੰਗ 'ਚ ਵੀ ਬਚਨ ਆਏ ਨੇ ਕਿ ਜੋੜੋ ਰੀ ਕੋਈ ਸੁਰਤ ਨਾਮ ਥੇ, ਜੇ ਤਨ ਦਨ ਕੁਛ ਕਾਮ ਨਾ ਆਵੇ, ਪਰੇ ਲੜਾਈ ਜਾਮ ਸੇ। ਹੁਣ ਅਸੀਂ ਜੇ ਵਿਚਾਰ ਕਰੀਏ, ਮਨ 'ਚ ਖਿਆਲ ਵੀ ਆਉਂਦਾ ਕਿ ਸੁਰਤ ਜਿਹੜੀ ਹੈ ਇਹ ਅਸੀਂ ਕਿਸ ਤਰ੍ਹਾਂ ਜੋੜਾਂਗੇ ਸਤਿਗੁਰਾਂ ਨਾਲ। ਮੈਂ ਕਿਹਾ ਜੋੜੋ ਰੀ ਕੋਈ ਸੁਰਤ ਨਾਮ ਸੇ। ਮਨ 'ਚ ਵਿਚਾਰ ਜ਼ਰੂਰ ਆਉਂਦਾ ਹੈ ਕਿ ਅਸੀਂ ਸੁਰਤ ਨਾਮ ਨਾਲ ਕਿਸ ਤਰ੍ਹਾਂ ਜੋੜ ਲਵਾਂਗੇ, ਪਰ ਫਿਰ ਵੀ ਸਾਨੂੰ ਜਦੋਂ ਸਤਿਗੁਰ ਦੱਸਣਗੇ ਸਾਨੂੰ ਪਤਾ ਚੱਲਦਾ ਹੈ ਕਿ ਇਹ ਕਰਮ ਦਾ ਦੇਸ਼ ਆ, ਕਿ ਹੁਣ ਸੁਰਤ ਜੇ ਅਸੀਂ ਨਾਮ ਨਾਲ ਨਹੀਂ ਜੋੜ ਸਕਦੇ, ਅਤੇ ਜਿਹੜੀਆਂ ਬਾਕੀ ਥਾਵਾਂ 'ਤੇ ਜਿਹੜੀ ਸੁਰਤ ਜੋੜੀ ਆ ਉਹ ਕਿੰਨੇ ਜੋੜੀ ਹੈ। ਨਾਮ ਵੱਲ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਸਤਿਗੁਰਾਂ ਤੋਂ ਦਇਆ ਬਗੈਰ ਨਹੀਂ ਜੁੜ ਸਕਦੀ, ਉਹ ਕਿਰਪਾ ਕਰਨ ਫੇਰ ਹੀ ਜੁੜ ਸਕਦੀ ਹੈ। ਪਰ ਇਹਨੂੰ ਵੀ ਸਤਿਗੁਰਾਂ ਨੇ ਬਹੁਤ ਬਲ ਦਿੱਤਾ ਹੈ ਇਸ ਦੇਸ਼ ਦੇ। ਅਸੀਂ ਆਪਣੀ ਜਿਹੜੀ ਸੁਰਤ ਆ ਬਾਕੀ ਸੰਸਾਰ ਨਾਲ, ਧੀਆਂ ਪੁੱਤਰਾਂ ਨਾਲ, ਪੈਸੇ ਨਾਲ, ਜ਼ਮੀਨਾਂ ਜਾਇਦਾਦਾਂ ਨਾਲ, ਸਾਰਿਆਂ ਨਾਲ ਤਾਂ ਜੋੜੀ ਪਈ ਹੈ। ਪਰ ਉਹਨਾਂ ਨੇ ਫਰਮਾਇਆ ਤਾ ਜੇ ਤਨ ਦਨ ਕੁਛ ਕਾਮ ਨਾ ਆਵੇ, ਪੜੇ ਲੜਾਈ ਜਾਮ ਸੇ, ਕਿ ਇਹ ਕੋਈ ਵੀ ਚੀਜ਼ ਜਿਹੜੀ ਇੱਥੇ ਸਾਡੇ ਕੰਮ ਨਹੀਂ ਆਉਣੀ, ਇਹ ਸਾਨੂੰ ਜਮ ਦੇ ਵੱਸ ਪਾਉਣ ਵਾਲੀਆਂ ਸਾਰੀਆਂ ਚੀਜ਼ਾਂ ਨੇ। ਫਿਰ ਉਹਨਾਂ ਨੇ ਫਰਮਾਇਆ ਦਮ ਦਮ ਕਰੋ ਬੇਨਤੀ ਗੁਰ ਸੇ, ਵਹੀ ਨਿਕਾਲੇ ਤਨ ਜਾਮ ਸੇ। ਦਮ ਦਮ ਕਰੋ ਬੇਨਤੀ ਗੁਰੂ ਸੇ, ਜਿਹੜਾ ਮੈਂ ਪਹਿਲਾਂ ਹੀ ਅਰਜ਼ ਕੀਤੀ, ਬੇਨਤੀ ਕੀਤੀ ਕਿ ਬੇਨਤੀ 'ਚ ਬਹੁਤ ਬਲ ਹੈ। ਪਰ ਬੇਨਤੀ ਇਹ ਨਹੀਂ ਕਿ ਇੱਕ ਵਾਰੀ ਸਵੇਰੇ ਪੜ੍ਹ ਲਈ ਜੀ, ਅਸੀਂ ਇੱਕ ਵਾਰੀ ਸ਼ਾਮ ਨੂੰ ਪੜ੍ਹ ਲਿਆ ਜੀ, ਜਾਂ ਕਿਤੇ ਹਫਤੇ ਬਾਅਦ ਅਸੀਂ ਜੀ ਐਤਵਾਰ ਬੇਨਤੀ ਪੜ੍ਹ ਲਈ, ਉਹ ਜਿਹੜੀ ਬੇਨਤੀ ਨਹੀਂ। ਸਤਿਗੁਰਾਂ ਨੇ ਫਰਮਾਇਆ ਕਿ ਜਦੋਂ ਵੀ ਉਹ ਬੇਨਤੀ ਪੁਕਾਰੇ ਦੇ ਦਿਲ 'ਚੋਂ ਨਿਕਲੇਗੀ, ਉਹ ਤੜਫੇ ਦੇ ਅੰਦਰੋਂ ਸੱਚੀ ਤੜਫ ਉੱਠੇਗੀ ਜਿਸ ਦਿਨ ਵੀ, ਉਹ ਜਿਹੜੀ ਬੇਨਤੀ ਜਿਹੜੀ ਆ ਉਹ ਸਤਿਗੁਰੂ ਉਸੇ ਵੇਲੇ ਮਨਜ਼ੂਰ ਕਰਦੇ ਨੇ। ਪਰ ਉਹ
ਬੇਨਤੀ, ਉਹ ਜਿਹੜੀ ਪੁਕਾਰ ਹੈ ਉਹ ਉੱਠੇਗੀ ਤਾਂ ਹੀ ਜੇ ਸਾਡਾ ਸਤਿਗੁਰਾਂ ਨਾਲ ਕੋਈ ਨਾਤਾ ਬਣੇਗਾ, ਸਾਨੂੰ ਕੋਈ ਕਮੀ ਮਹਿਸੂਸ ਹੋਏਗੀ। ਜਿਸ ਤਰ੍ਹਾਂ ਸਾਨੂੰ ਸੰਸਾਰੀ ਚੀਜ਼ਾਂ ਦੀ ਕਮੀ ਮਹਿਸੂਸ ਹੁੰਦੀ ਹੈ ਕਿ ਸਾਡੇ ਕੋਲ ਫਲਾਣੇ ਚੀਜ਼ ਦੀ ਕਮੀ ਹੈ, ਘਰ-ਬਾਰ ਦੀ ਕਮੀ ਹੈ, ਧਨ ਦੌਲਤ ਦੀ ਕਮੀ ਹੈ, ਪੜ੍ਹਾਈ ਲਿਖਾਈ ਦੀ ਕਮੀ ਹੈ, ਅਸੀਂ ਉਹਦੇ ਵਾਸਤੇ ਅਰਜ਼ਾਂ ਕਰਦੇ ਹਾਂ। ਜਦੋਂ ਸਾਨੂੰ ਸਤਿਗੁਰਾਂ ਦੀ ਕਮੀ ਮਹਿਸੂਸ ਹੋਏਗੀ ਕਿ ਬਈ ਇਹ ਸਾਰਾ ਕੁਝ ਹੁੰਦਿਆਂ ਵੀ ਜਦੋਂ ਸਾਨੂੰ ਸੁੱਖ ਨਹੀਂ ਆ, ਸਾਨੂੰ ਸ਼ਾਂਤੀ ਨਹੀਂ ਆ, ਅਤੇ ਕਿਸ ਚੀਜ਼ ਦੀ ਕਮੀ ਹੈ। ਜਦੋਂ ਅਸੀਂ ਵਿਚਾਰ ਕਰਾਂਗੇ, ਸਾਨੂੰ ਸਤਿਗੁਰਾਂ ਦੀ ਕਿਰਪਾ ਨਾਲ ਸਮਝ ਲੱਗੇਗੀ, ਫਿਰ ਅਸੀਂ ਸਤਿਗੁਰਾਂ ਕੋਲੋਂ ਸਤਿਗੁਰਾਂ ਨੂੰ ਮੰਗਾਂਗੇ। ਅਤੇ ਜਦੋਂ ਸਤਿਗੁਰ ਸਾਨੂੰ ਮਿਲ ਗਏ, ਫਿਰ ਕੋਈ ਵੀ ਚੀਜ਼ ਪਿੱਛੇ ਨਹੀਂ ਦੁਨੀਆ ਦੀ ਰਹਿ ਸਕਦੀ। देखिए सब आए उस एक में, डाल पात फल फूल, अब लेने को क्या रह गया जब पकड़ में आया मूल। ਇਹ ਜਿੰਨੀਆਂ ਵੀ ਚਿੰਤਾ, ਜਿੰਨੀਆਂ ਉਦਾਸੀਆਂ, ਜਿੰਨੇ ਵੀ ਸਾਡੇ ਮਨ ਦੇ ਰੋਗ ਨੇ, ਕਾਹਦੇ ਕਰਕੇ ਆ ਕਿ ਅਸੀਂ ਸਤਿਗੁਰਾਂ ਨੂੰ ਸਮਰੱਥ ਨਹੀਂ ਜਾਣਦੇ, ਉਹਨਾਂ ਦੇ ਬਚਨ 'ਤੇ ਵਿਸ਼ਵਾਸ ਨਹੀਂ ਕਰਦੇ, ਦ੍ਰਿੜਤਾ ਨਹੀਂ ਸਾਡੇ ਅੰਦਰ, ਭਰੋਸਾ ਨਹੀਂ ਸਾਡੇ ਅੰਦਰ। ਜੇ ਸਤਿਗੁਰ ਕਿਰਪਾ ਕਰਨ, ਦਇਆ ਕਰਨ, ਹੋਰ ਕਰਨੀ ਕੁਛ ਨਹੀਂ ਹੋ ਸਕਦੀ। ਪਰ ਜਿੰਨਾ ਜਿੰਨਾ ਉਹ ਸਾਨੂੰ ਦੱਸਦੇ ਨੇ, ਉਹਨਾਂ ਅਸੀਂ ਕਰੀ ਜਾਈਏ ਨਾਲ ਨਾਲ, ਉਹ ਸਾਨੂੰ ਇੱਥੋਂ ਜਮ ਦੇ ਦੇਸ਼ ਵਿੱਚੋਂ ਕੱਢ ਦੇਣਗੇ, ਸਾਨੂੰ ਬਾਹਰ ਕੱਢ ਦੇਣਗੇ। ਜਿਹੜੀ ਸਾਡੇ ਅੰਦਰ ਕਲਪਨਾ ਲੱਗੀ ਹੈ, ਜਿਹੜੀ ਸਾਡੇ ਅੰਦਰ ਹਰ ਵੇਲੇ ਚਿੰਤਾ ਰਹਿੰਦੀ ਹੈ, ਉਹ ਸਭ ਮਿਟਾ ਦੇਣਗੇ। ਕਬੀਰ ਸਾਹਿਬ ਦਾ ਵੀ ਵਚਨ ਹੈਗਾ ਹੈ, ਕਰਨੀ ਕਰੇ ਸੋ ਪੁੱਤਰ ਹਮਾਰਾ, ਕਥਨੀ ਕੇ ਹਮ ਨਾਤੀ, ਰਹਿਣੀ ਰਹੇ ਸੋ ਗੁਰੂ ਹਮਾਰਾ, ਹਮ ਰਹਿਣੀ ਕੇ ਸਾਥੀ। गुरु गोबिंद सिंह जी ने भी सुनाया कि रहनी रहे सोई सिख मेरा, वो साहिब मैं उसका चेहरा। रहनी की है, कोई बाहरों नहीं किसी तरह का, अंदर डर पै। सब तो वड्डी चीज़ मैं अगे बहुत बार बेनती करदा कि होर इत्थे कोई भी करनी नहीं है, सिर्फ सतगुरां दा भाव भरोसा ते उन्हां दा भै। ਜਦੋਂ ਵੀ ਇਹ ਆ ਗਿਆ, ਸਾਰਾ ਕੁਛ ਆਪਣੇ ਆਪ ਉਲਟ ਕੇ ਇਹਦੇ ਵੱਲ ਆ ਜਾਏਗਾ, ਸਾਰਾ ਕੁਝ। ਪਰ ਜਦੋਂ ਸਾਨੂੰ ਸਤਿਗੁਰਾਂ 'ਤੇ ਵਿਸ਼ਵਾਸ ਹੀ ਨਹੀਂ, ਭਰੋਸਾ ਹੀ ਨਹੀਂ, ਫਿਰ ਬਾਕੀ ਚੀਜ਼ਾਂ ਵੀ ਕਿੱਥੋਂ ਬਣਨਗੀਆਂ। ਨਾ ਸਾਨੂੰ ਡਰ ਭੈ ਆਏਗਾ, ਨਾ ਸਾਨੂੰ ਵਿਸ਼ਵਾਸ ਆਏਗਾ, ਨਾ ਹੀ ਸਾਡੀ ਉਹ ਬੇਨਤੀ ਦੇ ਵਿੱਚ ਹੀ ਉਹ ਬਲ ਹੋਏਗਾ। ਕਿਉਂਕਿ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ, ਜੇ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਕਿਹਦੇ ਵਾਸਤੇ ਕਰਦੇ ਹਾਂ? ਕਿਹਨੂੰ ਖੁਸ਼ ਕਰਨ ਵਾਸਤੇ, ਕੀ ਪਾਉਣ ਵਾਸਤੇ ਕਰਦੇ ਹਾਂ? ਜਦੋਂ ਵਿਚਾਰ ਕਰੀਏ ਪਤਾ ਚੱਲਦਾ ਕਿ ਇਹ ਸਾਰੇ ਕੰਮ ਕਾਹਦੇ ਵਾਸਤੇ ਨੇ? ਸਤਿਗੁਰਾਂ ਦੀ ਖੁਸ਼ੀ ਵਾਸਤੇ। ਪਰ ਜੇ ਅਸੀਂ ਸਤਿਗੁਰਾਂ ਨੂੰ ਹੀ ਸਤਿਗੁਰ ਨਹੀਂ ਸਮਝਿਆ, ਇੱਕ ਮਨੁੱਖ ਹੀ ਸਮਝਿਆ, ਤਾਂ ਫਿਰ ਇਹ ਸੇਵਾ ਕਿੱਥੇ ਜਾਏਗੀ? ਸਿਮਰਨ ਅਸੀਂ ਕਿਹਦਾ ਕਰਾਂਗੇ? ਪਹਿਲਾਂ ਸਾਡਾ ਉਹ ਵਿਸ਼ਵਾਸ ਭਰੋਸਾ ਬਣੇ, ਉਹਦੇ ਵਾਸਤੇ ਹਰ ਵੇਲੇ ਬੇਨਤੀ ਪੁਕਾਰ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜੀ ਦਇਆ ਕਰੋ, ਕਿਰਪਾ ਕਰੋ, ਆਪਣੇ ਵਚਨ ਮੰਨਣ ਦਾ ਬਲ ਬਖਸ਼ੋ, ਆਪਣਾ ਡਰ ਭੈ ਬਖਸ਼ੋ। ਜਦੋਂ ਵੀ ਉਹ ਡਰ ਭੈ ਆ ਗਿਆ, ਸਾਰੀਆਂ ਚੀਜ਼ਾਂ ਆਪਣੇ ਆਪ ਹੀ ਪਿੱਛੇ ਤੁਰ ਪੈਣੀਆਂ ਨੇ। ਪਰ ਜਦੋਂ ਅਸੀਂ ਇੱਕ ਆਮ ਇਨਸਾਨ ਮਨੁੱਖ ਸਮਝ ਕੇ ਅਸੀਂ ਚੱਲਦੇ ਹਾਂ, ਪੂਜਾ ਕਰਦੇ ਹਾਂ, ਸੇਵਾ ਕਰਦੇ ਹਾਂ ਜਾਂ ਕੁਛ ਵੀ, ਤਾਂ ਫਿਰ ਉਹ ਸਾਡੀ ਗੱਡੀ ਅੱਗੇ ਨਹੀਂ ਵੱਧਦੀ ਹੈਗੀ। ਅਤੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਹਰ ਵਾਰੀ ਕਰੀ ਦੀ ਹੈ, ਸਤਸੰਗ 'ਚ ਬੈਠਣ ਦਾ, ਆਉਣ ਦਾ,
ਸਮਾਂ ਕੱਢਣ ਦਾ ਮਤਲਬ ਹੋਰ ਕੋਈ ਨਹੀਂ। ਬਹੁਤ ਸਤਸੰਗ ਸੁਣੇ ਨੇ। ਥੋੜ੍ਹੇ ਦਿਨ ਪਹਿਲਾਂ ਕਿਸੇ ਦਾ ਫੋਨ ਆਇਆ ਜੀ, ਕਹਿਣ ਲੱਗੇ ਮਹਾਰਾਜ ਕਿਸੇ ਵੇਲੇ ਆਇਆ ਨਹੀਂ ਜਾਂਦਾ, ਕੰਮ ਕਾਰ 'ਚੋਂ ਨਿਕਲਿਆ ਨਹੀਂ ਜਾਂਦਾ, ਦੂਰ ਬੈਠੇ ਹਾਂ, ਅਸੀਂ ਸਤਸੰਗ ਸੁਣਨ ਵਾਸਤੇ ਜਾ ਸਕਦੇ ਹਾਂ ਇੱਧਰ ਉੱਧਰ ਕਿਤੇ ਹੋਰ? ਹੁਣ ਦੇਖੋ, ਵਿਚਾਰ ਕਰੀਏ ਕਿ ਕਿੰਨੇ ਕੁ ਸਾਨੂੰ ਸਤਸੰਗ ਦੇ ਅਸੀਂ ਰਸੀਏ ਹੈਗੇ ਹਾਂ। ਸਤਿਗੁਰਾਂ ਨੇ ਕੋਈ ਘੱਟ ਸਤਸੰਗ ਸੁਣਾਏ ਸਾਨੂੰ? ਘੱਟ ਗੁਰਮਤਿ ਦੇ ਕੋਈ ਬਚਨ ਸੁਣੇ ਅਸੀਂ? ਉਹ ਮਨ ਦੀ ਸਿਰਫ ਜਿਹੜੀ ਆ ਉਹ ਚਲਾਕੀ, ਆਪਣੇ ਆਪ ਨੂੰ ਹੀ ਧੋਖਾ ਦੇਈ ਜਾਂਦੇ ਆ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿ ਸਤਸੰਗ ਦੀ ਕੋਈ ਕਮੀ ਛੱਡੀ ਸਤਿਗੁਰਾਂ ਨੇ? ਜੇ ਸਾਡੇ ਕੋਲ ਗੁਰਮਤਿ ਦੇ ਬਚਨ ਨਹੀਂ ਮੰਨਿਆ ਗਿਆ, ਸਤਸੰਗ ਇੱਕ ਨਹੀਂ ਮੰਨਿਆ ਗਿਆ, ਉਹਦੇ ਉੱਤੇ ਚੱਲਿਆ ਨਹੀਂ ਗਿਆ, ਜਿੰਨੇ ਮਰਜ਼ੀ ਸਤਸੰਗ ਸੁਣ ਲਈਏ ਅਸੀਂ, ਹੋਰ ਮਨ ਭਟਕਦਾ ਜਾਏਗਾ, ਹੋਰ ਖਿਲਰਦਾ ਜਾਏਗਾ। ਕਿਉਂਕਿ ਗੁਰਮਤਿ ਨੇ ਫਰਮਾਇਆ ਹੈ ਕਿ ਇੱਕ ਸਤਸੰਗ ਹੀ ਇਹਦੇ ਵਾਸਤੇ ਬਹੁਤ ਹੈ, ਪਰ ਜੇ ਉਸਨੂੰ ਮੰਨ ਕੇ ਉਹਦੇ ਉੱਤੇ ਚੱਲੇ ਤੇ ਬਾਣੀ ਆ, ਗੁਰਬਾਣੀ ਜਾਂ ਹੋਰ ਕੋਈ ਕਿਸੇ ਤਰ੍ਹਾਂ ਦਾ ਕੋਈ ਗ੍ਰੰਥ ਆ, ਇੱਕ ਬਚਨ ਵੀ ਉਹਦਾ ਕੋਈ ਫੜ ਲੇ, ਇਹਦੀ ਜ਼ਿੰਦਗੀ ਵਾਸਤੇ ਬਹੁਤ ਹੈ। ਪਰ ਜੇ ਮੰਨਣਾ ਨਹੀਂ, ਜੇ ਉੱਤੇ ਚੱਲਣਾ ਨਹੀਂ, ਫਿਰ ਅਸੀਂ ਜਿੰਨੀ ਮਰਜ਼ੀ ਅਸੀਂ ਕਰੀ ਜਾਈਏ, ਉਹਦਾ ਕੋਈ ਫਾਇਦਾ ਨਹੀਂ। ਉਹਨਾਂ ਨੇ ਕਹਿਣ 'ਚ ਵੀ ਕੋਈ ਕਮੀ ਨਹੀਂ ਛੱਡੀ। ਸਵਾਮੀ ਜੀ ਨੇ ਫਰਮਾਇਆ ਕਿ ਸਤਸੰਗ ਮਹਿਮਾ ਮੂਲ ਨਾ ਜਾਣੇ, ਭੇਡ ਚਾਲ ਮੇ ਨਿਤ ਭਜੇ। ਮਤਲਬ ਕਿ ਉਹਨੂੰ ਇੱਕ ਭੇੜਾ ਚਾਲ ਦੀ ਤਰ੍ਹਾਂ ਨਹੀਂ ਲੈਣਾ। ਹੋਵੇ ਮਨ 'ਚ ਪਹਿਲਾਂ ਜਦੋਂ ਅਸੀਂ ਸਤਸੰਗ 'ਚ ਬੈਠਦੇ ਹਾਂ, ਸਤਿਗੁਰਾਂ ਦਾ ਡਰ ਪੈ ਰੱਖ ਕੇ ਬੜੇ ਇੱਕਦਮ ਚੁਕੰਨੇ ਐਕਟਿਵ ਹੋ ਕੇ ਉਹਨਾਂ ਦੇ ਬਚਨ ਸੁਣੀਏ, ਨਾਲ ਨਾਲ ਉਹਨਾਂ ਦੇ ਅਰਜ਼ ਕਰਦੇ ਜਾਈਏ ਕਿ ਗੁਰੂ ਮਹਾਰਾਜ ਸਾਨੂੰ ਆਪਣਾ ਡਰ ਬਖਸ਼ੋ, ਭਾਵ ਭਰੋਸਾ ਬਖਸ਼ੋ। ਜੇ ਉਹਨਾਂ ਦੀ ਹਾਜ਼ਰੀ 'ਚ ਬੈਠਿਆ ਵੀ ਮਨ ਸਾਡਾ ਆਪਣਾ ਕੰਮ ਕਰੀ ਜਾਂਦਾ ਹੈ, ਸਾਡੀ ਨਹੀਂ ਛੱਡਦਾ, ਤਾਂ ਫਿਰ ਬਾਅਦ ਦੇ ਵਿੱਚ ਕੀ ਹੋਰ ਕੀ ਕਰੇਗਾ? ਹੋਰ ਵੀ ਕਈ ਵਾਰੀ ਅਰਜ਼ ਕੀਤੀ, ਕਿੰਨੀ ਵਾਰੀ ਬੇਨਤੀ ਕੀਤੀ ਹੈ। ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਚਲੋ ਕੋਈ ਵੱਡਾ ਬਹੁਤ ਵੱਡਾ ਵਚਨ ਕੋਈ ਜਿੰਨੀ ਕੋਈ ਸਤਿਗੁਰਾਂ ਨੇ ਸਾਨੂੰ ਪਿੱਛੇ ਇਤਿਹਾਸ ਪੜ੍ਹ ਕੇ ਵੇਖੀਏ ਕਿੰਨੀਆਂ ਕਿੰਨੀਆਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਹੁਣ ਤਾਂ ਉਹਨਾਂ ਨੇ ਬਹੁਤ ਹੀ ਸਾਨੂੰ ਆਜ਼ਾਦੀ ਬਖਸ਼ੀ ਹੈ, ਹਰ ਤਰ੍ਹਾਂ ਨਾਲ ਸਾਡੀ 24 ਘੰਟੇ ਸਾਡੀ ਮਦਦ ਹੋ ਰਹੀ ਹੈ। ਛੋਟੀ ਛੋਟੀਆਂ ਚੀਜ਼ਾਂ ਨੇ। ਕਹੀਦਾ ਹੈ ਕਿ ਵੀ ਗੁਰਮਤਿ ਦੇ ਦਰਬਾਰ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਸਤਿਗੁਰਾਂ ਦੇ ਅਸੂਲ ਨੇ, ਕਿਸੇ ਨੂੰ ਨਹੀਂ ਅਸੀਂ ਵਿਖਾਲਣਾ, ਨਾ ਕਿਸੇ ਨੂੰ ਅਸੀਂ ਕਹਿਣਾ ਕੁਛ। ਜੇ ਅਸੀਂ ਵਾਕਈ ਸਤਿਗੁਰਾਂ ਨੂੰ ਸਮਝਦੇ ਹਾਂ ਕਿ ਉਹ ਪਰਮੇਸ਼ਵਰ ਨੇ, ਖੁਦਾ ਨੇ, ਵਾਹਿਗੁਰੂ ਨੇ, ਅਤੇ ਫਿਰ ਅਸੀਂ ਕਿਸ ਤਰ੍ਹਾਂ ਕੋਈ ਗਲਤੀ ਕਰਾਂਗੇ? ਫਿਰ ਤਾਂ ਹਰ ਵੇਲੇ ਸਾਡੇ ਮਨ 'ਚ ਡਰ ਹੋਣਾ ਚਾਹੀਦਾ ਕਿ ਸਾਨੂੰ ਹਰ ਵੇਲੇ ਵੇਖਦੇ ਨੇ, ਹਰ ਵੇਲੇ ਸਾਡੇ ਨਾਲ ਨੇ, ਫਿਰ ਕਿਤੇ ਕੋਈ ਲਗਾ ਕਰਾਂਗੇ। ਇਹਦਾ ਮਤਲਬ ਕਿ ਅਸੀਂ ਉਹਨਾਂ ਨੂੰ ਸਮਝਦੇ ਨਹੀਂ। ਜਦੋਂ ਅਸੀਂ ਬੰਦਾ ਸਮਝਦੇ ਹਾਂ, ਫਿਰ ਸਾਡੇ ਮਨ 'ਚ ਆਉਂਦਾ ਹੈ ਹਾਂ ਬਈ ਉਹ ਬੈਠੇ ਨੇ ਫਲਾਣੀ ਜਗ੍ਹਾ 'ਤੇ ਗਏ ਨੇ, ਅਤੇ ਫਿਰ ਅਸੀਂ ਕੋਈ ਨਾ ਕੋਈ ਸਾਡੇ ਕੋਲ ਜਿਹੜਾ ਗਲਤ ਕਰਮ ਹੁੰਦਾ ਕੋਈ ਨਾ ਕੋਈ, ਜਦੋਂ ਹੁੰਦਾ ਹੈ ਉਹ ਫਿਰ ਕਰਮ ਜਿਹੜਾ ਭੋਗਣਾ ਵੀ ਪੈਂਦਾ ਹੈ। ਜਦੋਂ ਸਾਨੂੰ ਵਿਸ਼ਵਾਸ ਹੋ ਜਾਏਗਾ ਕਿ ਸਤਿਗੁਰੂ ਪਰਮੇਸ਼ਵਰ ਨੇ, ਹਰ ਵੇਲੇ ਸਾਡੇ ਅੰਗ ਸੰਗ ਨੇ, ਸਾਡੇ ਨਾਲ ਨਾਲ ਨੇ, ਫਿਰ ਇਹ ਕੋਈ ਗਲਤੀ ਵੀ ਨਹੀਂ ਕੋਈ ਕਰੇਗਾ, ਫਿਰ ਇਹਨੂੰ ਮਦਦ ਵੀ ਨਾਲ ਨਾਲ ਮਿਲੇਗੀ ਹਰ ਵੇਲੇ। ਜਦੋਂ ਵੀ ਇਹਦਾ ਵਿਸ਼ਵਾਸ ਭਰੋਸਾ ਬਣਦਾ ਹੈ, ਜਿੰਨੇ ਟਾਈਮ ਵਾਸਤੇ ਵੀ ਬਣਦਾ ਹੈ, ਸਤਿਗੁਰੂ ਉਸੇ ਵੇਲੇ ਉਨੀ ਦਿਆ ਇਹਦੇ ਕੋਲ ਪਹੁੰਚਾ ਦਿੰਦੇ ਨੇ। ਪਰ ਜਦੋਂ ਇਹ ਆਪਣਾ ਢੀਠਪੁਣਾ ਵਰਤਦਾ ਵਾ, ਜਦੋਂ ਇਹ ਸਤਿਗੁਰਾਂ ਦੇ ਬਚਨ ਤੋਂ ਪਿੱਛੇ ਹਟਦਾ ਵਾ, ਫਿਰ ਨਹੀਂ। ਜਦੋਂ ਵੀ ਬਚਨ ਲੰਘੇਗਾ, ਤੇ ਕਬੀਰ ਸਾਹਿਬ ਨੇ ਸੁਣਾ ਕਿ ਸਤਿਗੁਰੂ ਬਚਨ ਉਲੰਘ ਕੇ ਜਹਾਂ ਜੀਵ ਜੇ ਜਾਏ, ਜਹਾਂ ਜਾਏ ਤਹਾਂ ਕਾਲ ਹੈ, ਕਹੇ ਕਬੀਰ ਸਮਝਾਏ। ਇੱਥੇ ਬੈਠਿਆਂ ਕੇ ਵੀ ਬੇਨਤੀ ਕੀਤੀ ਹੈ ਕਿ ਬਈ ਗੁਰੂ ਮਹਾਰਾਜ ਜੀ ਨੇ ਫਰਮਾਇਆ ਹੈ ਕਿ ਸਤਿਗੁਰਾਂ ਦੀ ਮੰਗਲਾ ਚਰਨ ਬੇਨਤੀ, ਚਲੋ ਠੀਕ ਹੈ, ਦਿਲ 'ਚੋਂ ਤੇ
वो भी सतगुरु कृपा करन बख्शण। और वैसे भी गुरु महाराज ने फरमाया है कि बेनती भी उच्चे स्वर ना बोलनी, सारे इकट्ठे बोलो। शब्द वास्ते अर्ज की कि शब्द जो कोई बोलता, शब्द कोई गाना वजाना कोई गाने नहीं है, वो एक बेनती है सतगुरां दे चरणों दे विच। ना कि तुलसी अपने पी पलटू अपने पीव को रीझ भजो चाहे खीज, खेत पड़े सब उगेंगे उल्टे सीधे बीज। चलो साढ़े अंदरों पुकार नहीं निकलती, बाहरों ही निकलती रहे, बाहरों ही निकलती रहेगी, भावें करते रहेंगे। गुरु महाराज स्वामी जी ने फरमाया ना कि झूठी सच्ची कच्ची पक्की जैसी भी बने कर भगती। कुछ ना कुछ करी तो जाइए, कुछ ना। कई बार देखा बाहर फंक्शनों से प्रोग्रामों से कोई गाउन वाला कोई किसी तरह का लगा, लोग ऐ शदाई हुए होंगे आ, कितने भंगड़े पैंदे या नाल गाने वजनते ने, उत्थे अपने आप ही सब कुछ होंगे। तो सतगुरां के दरबार के बैठे असी जे कोई टाइम निकलिया, सतगुरां ने कृपा की है, तो वह अं पूरा फायदा नहीं उठाते। वह सोच के वेखिए जिन्नी देर इत्थे बैठे हैं, को मन की होर दशा, इत्थों निकलने होर दशा, बाहर जाने होर, गेट पार किया कुछ होर। तो कम से कम जिन्ना चिर असी वो टाइम कढ़िया उन्नी देर तो वह पूरी वरतों करिए, वो कम से कम उन्नी देर तो सतगुरां का बचन मन्निया जाए। उदों भी असी आपो अपने काम आपो अपनिया बस वो स्कीमां ते पता नहीं की जोड़ लाते रहने। आप हर वे मन च साढ़े यहो चीज़ होंगी है कि छोटी तो छोटी बेनती भी है सतगुर साड़ी सुनन, उस वेले सुनन, देर ना हो। पर आप असी वेखिए कि असी किन्नी क मनते हैं। सतगुरां दे बचन कोई एवें हवा च कोई गल्लां नहीं होंदियां। कहना कि गुरु के शब्द मंत्र मनमान, जदों ये अवस्था बन जाएगी असीं उन्हां दे शब्द हर एक जिहड़ा शब्द उन्हां दे निकलिया मुखारबिंद जिहड़ा असीं मंत्र मन के चलांगे, उन्होंने ध्यान रखांगे, उन्होंने हर वेले याद रखांगे, उदों कृपा बननी है ना। कि गुरु की कर हरदम पूजा, गुरु समान कोई देव ना दूजा। वो पूजा जी हमेशा असी 24 घंटे इत्थे बिच सराउंड हाल च बैठे हैं, सत्संग बैठे हैं, अद्धा घंटा 1 घंटा 2 घंटे असी बैठ सकते हैं। उन्हें क्या गुरु की कर हरदम पूजा, किन्नी किस तुरते फिरते रोटी खाते नहाउंदे धोंदे कारोबार करते हैं, किस तरह ही उन्होंने पूजा कर सकते हैं। वो पूजा की है हर वेले उन्होंने याद रखना, हर वेले उन्हों का डर भै रखना, ये सारी पूजा है उन्होंने। ये नहीं है कि सवेरे को 2 मिनट उठ के कोई अगरबत्ती दिखा दी, कोई जोत जगा दी, कोई किसी तरह का धूप दिखा के तो वो पूजा हो गई, वो भगती हो गई। नहीं, वो भी अंदर है, पूजा भी वो अंदर ही होनी है। ये बाहर सारे कर्म ने सारे जोड़े साढ़े। जदों तक वो गल नहीं बनती उदों तक साड़ी जड़ियाँ जिन्नियां भी साड़ियाँ रोग चिंता साड़ जो भी चीज़ां नहीं खत्म हो सकती। अग अंदर लगी है, पानी असी बाहर पाई जाने, कदी नहीं बुझ सकती। जिन्ने मर्जी तीर्थां ते नहाइए, जिन्ने मर्जी दान पुन कर लीए, अंदर ही वो तपस्या, अंदर ही जो तक वो सतगुरां दा असीं अंदरों वचन नहीं मन्नांगे, अंदर डर भै नहीं रखांगे, अंदर उन्होंने नहीं वसावांगे, उदों तक वो गल नहीं बननी। तो यही बेनती सारे अगे फिर अज कि गुरु महाराज जिन्ना जिन्ना भी सानू टाइम देंदे आ, टाइम बहुत कीमती है। अजकल लाइफ इन्नी बिजी है, इन्नी फास्ट है कि टाइम कितने मिलता किसी को, इन्ने होर संसारी धंधे ने। पर जे सतगुरां की कृपा के नाल कोई टाइम मिलता सानू जां गुरु महाराज बख्शते हैं, उन्हों का डर भै रख के, उन्होंने हाज़र नाज़र समझ के जो भी है उन्होंने बचन उस तरह असीं मन्नीए, फिर असीं उन्होंने जो दया प्राप्त कर सकते हैं। गुरु महाराज की कृपा करन, दया करन।
ਆਪਣੇ ਵਚਨਾਂ 'ਚ ਰਹਿਣ ਦਾ ਬਲ ਬਖਸ਼ਣ। ਰਾਧਾ